ਪ੍ਰਸਿੱਧ ਲੇਖਕ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਭਾਗ 6ਵਾਂ ਅੰਕ 7ਵਾਂ। ਜੰਨਤ ਦਾ ਤੀਸਰਾ ਜਨਮ ਦਿਨ ਸੀ। ਅਸੀਂ ਨਿੱਕੇ ਕੇਕ ਵਿੱਚ 3 ਮੋਮਬੱਤੀਆਂ ਗੱਡ ਕੇ ਉਸ ਨੂੰ ਰੋਸ਼ਨ ਕੀਤਾ। ਮੰਨੂ ਤੇ ਜੰਨਤ ਖੁਸ਼ੀ ਨਾਲ ਆਲੇ ਦੁਆਲੇ ਜੁੜੇ ਹੋਏ ਸਨ। ਜੰਨਤ ਨੇ ਗੱਲਾਂ ਫੁਲਾ ਕੇ ਅੱਖਾਂ ਮੀਚੀਆਂ ਤੇ ਲੰਮੀ ਫੂਕ ਮਾਰੀ ਤੇ ਅਸੀਂ ਸਾਰਿਆਂ ਨੇ ਹੈਪੀ ਬਰਥਡੇ ਟੂ ਯੂ ਗਾ ਕੇ ਤਾੜੀਆਂ ਵਜਾਈਆਂ। ਜੰਨਤ ਨੇ ਪਿਆਜੀ ਫਰਾਕ ਪਹਿਨਿਆ ਹੋਇਆ ਸੀ ਜਿਸ ਉੱਤੇ ਕਢਾਈ ਕੀਤੀ ਹੋਈ ਸੀ। ਜੀਨੀ ਬੋਲੀ, ਇਹ ਮੇਰਾ ਫਰਾਕ ਹੈ। 33 ਸਾਲ ਪਹਿਲਾਂ ਮੈਂ ਇਸ ਨੂੰ ਪਾਇਆ ਸੀ ਜਦੋਂ ਮੈਂ 3 ਸਾਲ ਦੀ ਸਾਂ। ਮੈਂ ਇਸ ਨੂੰ ਸਾਂਭ ਕੇ ਰੱਖਿਆ। ਦੇਖ, ਜੰਨਤ ਨੂੰ ਬਿਲਕੁਲ ਫਿੱਟ ਆ ਗਿਆ। ਜੀਨੀ ਚੀਜ਼ਾਂ ਸਾਂਭ ਕੇ ਰੱਖਦੀ ਸੀ। ਉਸਨੇ ਸੈਂਡਲ ਪਾਏ ਹੋਏ ਸਨ ਜੋ 12 ਸਾਲ ਪਹਿਲਾਂ ਉਸਨੇ ਸਿਆਟਲ ਵਿੱਚ ਖਰੀਦੇ ਸਨ, ਜੋ ਹੁਣ ਵੀ ਨਵੇਂ ਲੱਗਦੇ ਸਨ। ਮੇਰੇ ਬੂਟ 4-6 ਮਹੀਨਿਆਂ ਵਿੱਚ ਹੀ ਚਿੱਬੜ ਖੜਿੱਬੇ ਹੋ ਜਾਂਦੇ। ਮੇਰੀਆਂ ਕਮੀਜ਼ਾਂ ਮੋਢਿਆਂ ਤੋਂ ਉੱਧੜ ਜਾਂਦੀਆਂ ਤੇ ਮੇਰੀਆਂ ਜੇਬਾਂ ਵਿੱਚ ਮੋਰੀਆਂ ਹੋ ਜਾਂਦੀਆਂ। ਮੈਂ ਹਰ ਚੀਜ਼ ਨੂੰ ਛੇਤੀ ਹੀ ਹੰਢਾ ਮਾਰਦਾ। ਕੱਪੜੇ, ਜੁੱਤੀਆਂ, ਕੰਘੀਆਂ, ਤਕੀਏ ਤੇ ਕਾਰ। ਜਿਸ ਚੀਜ਼ ਨੂੰ ਹੱਥ ਲਾਉਂਦਾ ਉਹ ਹੰਢਾਈ ਤੇ ਵਰਤੀ ਜਾਪਦੀ। ਜੀਨੀ ਦੀ ਸ਼ੋਅ ਨਰਸ ਵਾਂਗ ਸੀ, ਮੇਰੀ ਲੋਹਾਰ ਵਾਂਗ। ਉਹ ਹੱਸ ਕੇ ਆਖਦੀ, ਤੂੰ ਲਿਖਦਾ ਕਿਸ ਤਰ੍ਹਾਂ ਹੈ? ਲਿਖਣ ਲੱਗੇ ਤਾਂ ਬੜੇ ਸੰਜਮ ਤੇ ਸੂਖਮ ਬਿਰਤੀ ਦੀ ਲੋੜ ਹੁੰਦੀ ਹੈ ਤੇ ਚੀਜ਼ਾਂ ਵਿੱਚ ਇੱਕ ਸੁਰਤਾ ਲਿਆਉਣ ਲਈ ਸੂਝ, ਤੇ ਇੱਥੋਂ ਤਾਂ ਸੂਈ ਵਿੱਚ ਧਾਗਾ ਵੀ ਨਹੀਂ ਪਰੋਂਦਾ। ਸ਼ਾਇਦ ਲਿਖਣ ਸਮੇਂ ਤੇਰੀਆਂ ਸਾਰੀਆਂ ਸ਼ਕਤੀਆਂ ਕੇਂਦਰਿਤ ਹੋ ਜਾਂਦੀਆਂ ਹਨ। ਮੈਂ ਆਖਿਆ, ਮੈਨੂੰ ਖੁਦ ਨਹੀਂ ਪਤਾ ਮੈਂ ਕਿਵੇਂ ਲਿਖਦਾ ਹਾਂ। ਮੇਰੇ ਹੱਥ ਬੜੇ ਮੋਕਲੇ ਹਨ। ਮੈਂ ਬਟਨ ਵੀ ਨਹੀਂ ਜੜ ਸਕਦਾ, ਚਿੱਠੀ ਵੀ ਟਾਈਪ ਨਹੀਂ ਕਰ ਸਕਦਾ। ਮੈਂ ਆਪਣੀ ਕਾਰ ਦਾ ਪਹੀਆ ਵੀ ਨਹੀਂ ਬਦਲ ਸਕਦਾ। ਹਾਲਾਂਕਿ ਮੈਂ 25 ਸਾਲ ਤੋਂ ਕਾਰ ਚਲਾ ਰਿਹਾ ਹਾਂ। ਮੈਨੂੰ ਮਸ਼ੀਨ ਤੋਂ ਡਰ ਲੱਗਦਾ ਹੈ। ਉਸਨੇ ਥੋੜ੍ਹੀ ਦੇਰ ਬਾਅਦ ਸੋਚਿਆ ਤੇ ਬੋਲੀ, ਸਾਡੇ ਬੱਚੇ ਅਮਰੀਕਾ ਨਹੀਂ ਪੜ੍ਹਨਗੇ। ਉੱਥੇ ਜੁਰਮ ਤੇ ਨਸ਼ੇ ਵਾਲੀਆਂ ਚੀਜ਼ਾਂ ਵੱਧ ਰਹੀਆਂ ਹਨ। LSD, ਜਬਰੀ ਭਰਤੀ, ਬੰਦੂਕਾਂ, ਪਿਸਤੌਲ, ਫ੍ਰੀ ਸੈਕਸ। ਅਮਰੀਕਾ ਤਾਂ ਨਿਰਾ ਜੰਗਲ ਹੈ। ਟੈਲੀਵਿਜ਼ਨ ਉੱਤੇ ਕਤਲ ਅਤੇ ਖੂਨ ਖਰਾਬੇ ਦੀਆਂ ਵਾਰਦਾਤਾਂ। ਇੱਕ ਪ੍ਰੋਗਰਾਮ ਵਿੱਚ ਉਹਨਾਂ ਨੇ ਦਿਖਾਇਆ ਕਿ ਕਿਸੇ ਦੇ ਸਿਰ ਵਿੱਚ ਗੋਲੀ ਲੱਗੀ ਤੇ ਖੋਪੜੀ ਉੱਡ ਗਈ। ਉਹਨਾਂ ਨੇ ਦਿਖਾਇਆ ਕਿ ਸਿਰ ਵਿੱਚ ਗੋਲੀ ਲੱਗੀ ਤੇ ਖੋਪੜੀ ਉੱਡ ਗਈ। ਸਕਰੀਨ ਉੱਤੇ ਖੂਨ ਦੇ ਛਿੱਟੇ। ਲੋਕ ਬੈਠੇ ਡਿਨਰ ਖਾਂਦੇ ਹੋਏ ਇਹ ਨਜ਼ਾਰਾ ਦੇਖ ਰਹੇ ਸਨ। ਲੋਕਾਂ ਦੇ ਘਰਾਂ ਵਿੱਚ ਮਾਰ ਧਾੜ ਦੇ ਦ੍ਰਿਸ਼ ਪਹੁੰਚ ਗਏ ਹਨ। ਆਪਣੇ ਬੱਚੇ ਇੱਥੇ ਹਿੰਦੁਸਤਾਨ ਵਿੱਚ ਹੀ ਪੜ੍ਹਨਗੇ। ਇੱਥੇ ਓਨਾ ਖਤਰਾ ਨਹੀਂ। ਜੀਨੀ ਟਾਈਮ ਮੈਗਜ਼ੀਨ ਵਿੱਚ ਕਤਲ ਤੇ ਜੁਰਮ ਦੀਆਂ ਕਹਾਣੀਆਂ ਪੜ੍ਹਦੀ ਰਹੀ ਸੀ। ਮੈਂ ਆਖਿਆ, ਟਾਈਮ ਮੈਗਜ਼ੀਨ ਨਾਲ ਹਰ ਚੀਜ਼ ਨੂੰ ਨਾਟਕੀ ਢੰਗ ਨਾਲ ਪੇਸ਼ ਕਰਦਾ ਹੈ, ਮਸਾਲਾ ਲਾ ਕੇ ਦਿਲਚਸਪ ਬਣਾ ਕੇ। ਇਸੇ ਲਈ ਵਿਕਦਾ ਹੈ। ਜੇ ਉਹ ਇਹ ਲਿਖੇ ਕਿ ਫਲਾਂ ਆਦਮੀ ਬੜਾ ਨੇਕ ਹੈ ਜਾਂ ਇਹ ਗੱਲ ਕਿ ਮਿਸੀਸਿਪੀ ਸ਼ਾਂਤ ਦਰਿਆ ਵਾਂਗ ਹੈ, ਇਹ ਕੋਈ ਖਬਰ ਨਹੀਂ ਹੋਵੇਗੀ। ਜੇ ਇਹ ਲਿਖਿਆ ਜਾਵੇ ਕਿ ਜਿਸ ਵਿੱਚ ਤੂਫਾਨ ਆਇਆ ਤੇ ਉਸ ਨੇ 500 ਪਿੰਡ ਉਜਾੜ ਦਿੱਤੇ ਤਾਂ ਵੱਡੀ ਖਬਰ ਹੋਵੇਗੀ। ਤੂੰ ਅਮਰੀਕਾ ਨੂੰ ਟਾਈਮ ਮੈਗਜ਼ੀਨ ਪੜ੍ਹ ਕੇ ਨਹੀਂ ਜੱਜ ਕਰ ਸਕਦੀ। ਉਹ ਬੋਲੀ, ਪਰ ਅਸੀਂ ਆਪਣੇ ਬੱਚੇ ਅਮਰੀਕਾ ਨਹੀਂ ਪੜ੍ਹਾਉਣੇ। ਮੰਨੂ ਤੇ ਜੰਨਤ ਅੰਬਾਂ ਦੇ ਦਰਖਤਾਂ ਹੇਠ ਤਿਤਲੀਆਂ ਨੂੰ ਫੜਦੇ ਹੋਏ ਦੌੜਦੇ। ਕਦੇ ਕਦੇ ਉਹ ਅੱਕ ਦੀ ਮਾਈ ਬੁੱਢੀਆਂ ਨੂੰ ਫੜਨ ਲਈ ਯਤਨ ਕਰਦੇ। ਹਵਾ ਵਿੱਚ ਉੱਡਦੇ ਨਰਮ ਤੂੰਬੇ। ਜੇ ਕੋਈ ਕੁੱਤਾ ਰੋਂਦਾ ਜਾਂ ਕੋਈ ਪੰਛੀ ਖੰਭ ਫੜਫੜਾਉਂਦਾ ਤਾਂ ਉਹ ਡਰ ਜਾਂਦੇ ਤੇ ਦੌੜ ਕੇ ਮੇਰੇ ਕੋਲ ਆਉਂਦੇ। ਪਾਪਾ, ਉਸ ਝਾੜੀ ਪਿੱਛੇ ਬਘਿਆੜ ਲੱਗਿਆ ਹੋਇਆ ਹੈ। ਮੰਨੂ ਜੰਨਤ ਦੇ ਮੂੰਹ ਤੇ ਹੱਥ ਰੱਖ ਕੇ ਬੋਲਦਾ, ਕਮਲੀਏ, ਉਹ ਤਾਂ ਕੁੱਤਾ ਸੀ। ਉਹ ਉਹਦਾ ਹੱਥ ਝਟਕ ਕੇ ਤੇ ਅੱਖਾਂ ਟੱਡ ਕੇ ਆਖਦੀ, ਨਹੀਂ, ਬਘਿਆੜ ਸੀ। ਮੈਂ ਉਸਦੀ ਪੂੰਛ ਦੇਖੀ ਸੀ। ਝਾੜੀਆਂ ਤੇ ਦਰਖਤਾਂ ਵਿੱਚੋਂ ਦੀ ਲੰਘਦੇ ਉਹ ਇਹੋ ਮਹਿਸੂਸ ਕਰਦੇ ਕਿ ਉਹ ਕਿਸੇ ਸੰਘਣੇ ਜੰਗਲ ਵਿੱਚੋਂ ਦੀ ਲੰਘ ਰਹੇ ਹਨ ਤਾਂ ਬਘਿਆੜ ਇੱਥੇ ਲੇਲੀ ਨੂੰ ਘੇਰੀ ਖੜਾ ਹੈ। ਇਸੇ ਜੰਗਲ ਵਿੱਚ 2 ਨਿੱਕੇ ਭੈਣ ਭਰਾ ਗਵਾਚ ਗਏ ਸਨ ਅਤੇ ਫਿਰ ਇੱਕ ਦਿਉਣੀ ਨੇ ਉਹਨਾਂ ਨੂੰ ਮਹਿਲ ਵਿੱਚ ਕੈਦ ਕਰ ਦਿੱਤਾ ਸੀ। ਉਹ ਭੇਦਾਂ ਭਰੇ ਜੰਗਲ ਵਿੱਚ, ਜੋ ਦਰਅਸਲ ਨਿੱਕੀਆਂ ਝਾੜੀਆਂ ਤੇ ਲੰਮੀ ਘਾਹ ਦਾ ਖੁੱਲ੍ਹਾ ਮੈਦਾਨ ਸੀ। ਮੰਨੂ ਤੇ ਜੰਨਤ ਨੂੰ ਉਸ ਵਿੱਚ ਜਾਦੂਗਰਨੀ, ਭੂਤਨੀ, ਪਰੀ ਤੇ ਦਿਓ ਸਿਖਰ ਦੁਪਹਿਰੇ ਦੀ ਧੁੱਪ ਵਿੱਚ ਨਜ਼ਰ ਆਉਂਦੇ। ਮੰਨੂ ਤੇ ਜੰਨਤ ਮੇਰੇ ਨਾਲ ਅਕਸਰ ਖੇਡਦੇ। ਮੰਨੂ ਦੀ ਠੋਡੀ ਵਿੱਚ ਨਿੱਕਾ ਚਿੱਬ ਸੀ, ਮੇਰੀ ਠੋਡੀ ਵਾਂਗ, ਤੇ ਉਸਦੇ ਬੁੱਲ੍ਹ ਤੇ ਕੰਨ ਮੇਰੇ ਬੁੱਲ੍ਹਾਂ ਤੇ ਕੰਨਾਂ ਵਰਗੇ ਸਨ। ਉਹ ਮੇਰੇ ਵਰਗਾ ਹੀ ਤੁਰਦਾ ਸੀ, ਇੱਕ ਗਿੱਠ ਮੁੱਠੀਆ ਬਲਵੰਤ। ਉਸ ਦਾ ਸੁਭਾਅ ਵੀ ਮੇਰੇ ਵਰਗਾ ਸੀ ਤੇ ਮੇਰੇ ਪਿਤਾ ਵਰਗਾ। ਉਸ ਵਿੱਚ ਜੀਨੀ ਦਾ ਤੇ ਉਸਦੀ ਮਾਂ ਦਾ ਬਹੁਤ ਘੱਟ ਅੰਸ਼ ਸੀ। ਉਸਦਾ ਮਨ ਵੀ ਮੇਰੇ ਵਰਗਾ ਹੀ ਸੀ। ਜਿਸ ਤਰ੍ਹਾਂ ਕੁਦਰਤ ਦਾਦਿਆਂ ਪੜਦਾਦਿਆਂ ਦੇ ਸੰਸਕਾਰ ਆਪਣੇ ਪੁੱਤਾਂ ਪੋਤਰਿਆਂ ਵਿੱਚ ਪੀੜ੍ਹੀ ਦਰ ਪੀੜ੍ਹੀ ਤੋਰੀ ਆਉਂਦੀ ਹੈ। ਰਾਤ ਵੇਲੇ ਜੰਨਤ ਦੌੜਦੀ ਹੋਈ ਉਛਲ ਕੇ ਮੇਰੇ ਬਿਸਤਰੇ ਵਿੱਚ ਆ ਜਾਂਦੀ। ਮੰਨੂ ਵੀ ਉਸਦੀ ਰੀਸੀ ਛਾਲਾ ਮਾਰਦਾ ਹੋਇਆ ਬਿਸਤਰੇ ਵਿੱਚ ਆ ਜਾਂਦਾ ਤੇ ਦੋਵੇਂ ਮੇਰੇ ਸੱਜੇ ਪਾਸੇ ਸੌਣ ਲਈ ਦੌੜ ਲੜਦੇ। ਇਹ ਲੜਾਈ ਮੇਰੇ ਉੱਤੇ ਆਪਣਾ ਹੱਕ ਜਮਾਉਣ ਦੀ ਸੀ।
ਇੱਕ ਪ੍ਰਕਾਰ ਦੀ ਖੇਡ। ਦੋਵੇਂ ਲਿਟਦੇ ਘੁਲਦੇ ਤੇ ਆਖਰ ਦੋਹੀਂ ਪਾਸੇ ਮੈਨੂੰ ਘੇਰ ਲੈਂਦੇ। ਜੰਨਤ ਆਖਦੀ ਕਿ ਮੈਂ ਉਸਨੂੰ ਲੂੰਬੜ ਤੇ ਕਾਂ ਦੀ ਕਹਾਣੀ ਸੁਣਾਵਾਂ। ਕਿਸ ਤਰ੍ਹਾਂ ਸ਼ੇਖੀ ਖੋਰਾ ਕਾਂ ਵਡਿਆਈ ਵਿੱਚ ਆ ਕੇ ਗਾਉਣ ਲੱਗਦਾ ਹੈ ਤੇ ਪਨੀਰ ਦਾ ਟੁਕੜਾ ਉਸਦੀ ਚੁੰਝ ਵਿੱਚੋਂ ਹੇਠਾਂ ਡਿੱਗ ਪੈਂਦਾ ਹੈ। ਕਹਾਣੀ ਵਿੱਚ ਜਿੱਥੇ ਕਿਤੇ ਮੈਂ ਕੋਈ ਗੱਲ ਉਕਦਾ, ਜੰਨਤ ਮੈਨੂੰ ਖੁਸ਼ੀ ਨਾਲ ਉੱਚੀ ਉੱਚੀ ਹੱਸ ਕੇ ਦੱਸਦੀ। ਇਹਦੇ ਨਾਲ ਹੀ ਉਹ ਕਾਂ ਦੀ ਬੋਲੀ ਬੋਲਦੀ ਤੇ ਲੂੰਬੜ ਦੇ ਚੱਪੜ ਛੱਪੜ ਖਾਣ ਦੀਆਂ ਆਵਾਜ਼ਾਂ ਕੱਢਦੀ। ਮੰਨੂ ਅਲੀ ਬਾਬਾ ਤੇ 40 ਚੋਰ ਤੇ ਅਲਾਦੀਨ ਦਾ ਚਿਰਾਗ ਦੀਆਂ ਕਹਾਣੀਆਂ ਸੁਣਾਉਣ ਲਈ ਆਖਦਾ। ਉਹਨਾਂ ਨੂੰ ਇਹ ਕਹਾਣੀਆਂ ਜ਼ੁਬਾਨੀ ਯਾਦ ਸਨ ਤੇ ਉਹ ਹਰ ਰਾਤ ਮੇਥੋਂ ਮੁੜ ਇਹੋ ਕਹਾਣੀਆਂ ਦੁਬਾਰਾ ਸੁਣਨ ਲਈ ਆਖਦੇ ਤੇ ਮੈਂ ਹਰ ਵਾਰੀ ਸੱਜਰੀ ਤਰ੍ਹਾਂ ਬਿਆਨ ਕਰਦਾ। ਜੰਨਤ ਯਕਦਮ ਆਖਦੀ, ਪਾਪਾ ਮੇਰੀ ਪਿੱਠ ਬਿੱਲੀ ਚਲਾ ਕੇ ਦਿਖਾ। ਉਹ ਢਿੱਡ ਪਰਨੇ ਲੇਟ ਜਾਂਦੀ। ਮੈਂ ਉਸਦੀ ਮਜ਼ਬੂਤ ਮਾਸੂਮ ਪਿੱਠ ਉੱਤੇ ਹੱਥ ਫੇਰਦਾ। ਨਰਮ ਗੁੰਦਵਾਂ ਮਾਸ ਉਹ ਸਰੂਰ ਵਿੱਚ ਅੱਖਾਂ ਮੀਚ ਕੇ ਆਖਦੀ, ਹੁਣ ਸ਼ੁਰੂ ਕਰ। ਇਹ ਖੇਡ ਮੈਂ ਨਿੱਕੇ ਹੁੰਦਿਆਂ ਆਪਣੇ ਛੋਟੇ ਭਰਾ ਨਾਲ ਖੇਡਦਾ। ਇਹ ਖੇਡ ਜਿਸ ਵਿੱਚ ਸਵਾਏ ਕਲਪਨਾ ਦੇ ਕੁਝ ਨਹੀਂ ਲੱਗਦਾ, ਗਰੀਬਾਂ ਦੀ ਖੇਡ। ਮੈਂ 2 ਉਂਗਲਾਂ ਜੋੜ ਕੇ ਉਸਦੀ ਗਰਦਨ ਤੋਂ ਲਹਿਰੀਆਂ ਪਾਉਂਦਾ ਹੇਠਾਂ ਤੱਕ ਲੈ ਜਾਂਦਾ ਤੇ ਉਹ ਚੀਖ ਕੇ ਆਖਦੀ, ਸੱਪ। ਮੈਂ ਉਂਗਲਾਂ ਜਾੜ ਕੇ ਪੋਲੇ ਪੋਲੇ ਨਹੁੰ ਖਬੋਂਦਾ ਉਸਦੀ ਪਿੱਠ ਉੱਤੇ ਤੁਰਦਾ ਤਾਂ ਉਹ ਬੋਲਦੀ, ਬਿੱਲੀ। ਮੈਂ ਨਿੱਕੀਆਂ ਨਿੱਕੀਆਂ ਚੁੰਡੀਆਂ ਵੜਦਾ, ਉਂਗਲੀਆਂ ਤੋੜਦਾ ਤੇ ਉਹ ਮਿਆਂਕਦੀ, ਕੀੜੀ। ਮੈਂ ਦੋਹਾਂ ਹੱਥਾਂ ਦੀਆਂ ਮੁੱਠੀਆਂ ਉਸਦੀ ਪਿੱਠ ਉੱਤੇ ਰੱਖ ਕੇ ਹੌਲੀ ਹੌਲੀ ਭਾਰੇ ਭਾਰੇ ਸੰਕੋਚ ਨਾਲ ਉਸਨੂੰ ਚਲਾਉਂਦਾ ਤਾਂ ਉਹ ਖਿੜਖੜਾ ਕੇ ਹੱਸਦੀ, ਹਾਥੀ। ਯਕਦਮ ਉਸਦੀਆਂ ਪਲਕਾਂ ਭਾਰੀਆਂ ਹੋ ਜਾਂਦੀਆਂ ਤੇ ਉਹ ਸੌਂ ਜਾਂਦੀ। ਇੱਕ ਦਿਨ ਇੱਕ ਤੋਤੇ ਵੇਚਣ ਵਾਲਾ ਆਦਮੀ ਸਾਡੀ ਕੋਠੀ ਦੇ ਕੋਲੋਂ ਦੀ ਲੰਘਿਆ। ਉਸਨੇ ਮੀਂਗੀ ਦੇ ਡੰਡੇ ਉੱਤੇ ਤੋਤਿਆਂ ਦੇ ਪਿੰਜਰੇ ਟੰਗੇ ਹੋਏ ਸਨ ਤੇ ਉਹ ਹੋਕਾ ਲਾਉਂਦਾ ਸੀ, ਤੋਤੇ ਲੈ ਲਓ, ਤੋਤੇ। ਮੰਨੂ ਤੇ ਜੰਨਤ ਦੌੜਦੇ ਹੋਏ ਮੇਰੇ ਕੋਲ ਆਏ। ਪਾਪਾ ਸਾਨੂੰ ਤੋਤਾ ਲੈ ਦੇ। ਕਿੱਥੇ? ਉਹ ਦੇਖ, ਫਾਟਕ ਉੱਤੇ ਖੜਾ ਹੈ ਤੋਤਿਆਂ ਵਾਲਾ ਆਦਮੀ। ਉਹ ਮੇਰੀ ਬਾਂਹ ਫੜ ਕੇ ਮੈਨੂੰ ਫਾਟਕ ਵੱਲ ਧੂ ਕੇ ਲੈ ਗਏ। ਉੱਥੇ ਇੱਕ ਆਦਮੀ ਖੜਾ ਸੀ। ਉਸਦੇ ਮੈਲੀ ਧੋਤੀ ਸੀ, ਲਾਲ ਪਗੜੀ ਤੇ ਕੰਨਾਂ ਵਿੱਚ ਮੁੰਦਰਾ। ਮੈਂ ਪੁੱਛਿਆ, ਕਿਵੇਂ ਦਿੱਤੇ ਨੇ ਤੋਤੇ? 10 ਰੁਪਏ ਦਾ ਜੋੜਾ। ਇੱਕ ਤੋਤਾ ਸਾਨੂੰ ਦੇ ਦੇ। ਨਹੀਂ ਸਰਕਾਰ, ਅਸੀਂ ਜੋੜਾ ਹੀ ਵੇਚਦੇ ਹਾਂ। ਇਕੱਲਾ ਤੋਤਾ ਉਦਾਸ ਹੋ ਕੇ ਛੇਤੀ ਮਰ ਜਾਂਦਾ ਹੈ। ਉਸਨੂੰ ਵੀ ਲੋੜ ਹੈ ਆਪਣੀ ਜੀਵਨ ਸਾਥਣ ਦੀ। ਮੰਨੂ ਤੇ ਜੰਨਤ ਮੇਰੀ ਕਮੀਜ਼ ਫੜ ਕੇ ਖਿੱਚ ਰਹੇ ਸਨ ਤੇ ਮਿੰਨਤਾਂ ਨਾਲ ਆਖ ਰਹੇ ਸਨ, ਪਾਪਾ ਸਾਨੂੰ ਤੋਤਾ ਜ਼ਰੂਰ ਲੈ ਦੇ। ਮੰਨੂ ਨੇ ਖੁਸ਼ੀ ਨਾਲ ਚੀਖ ਕੇ ਆਖਿਆ, ਦੇਖ ਇਸ ਦੀ ਗਰਦਨ ਦੁਆਲੇ ਲਾਲ ਘੇਰਾ ਹੈ। ਤੋਤੇ ਵਾਲਾ ਬੋਲਿਆ, ਇਹ ਇਸ ਦੀ ਗਾਨੀ ਹੈ। ਮੈਂ ਹੈਰਾਨ ਸਾਂ ਕਿ ਉਹ ਇੰਨੇ ਖੂਬਸੂਰਤ ਪੰਛੀਆਂ ਨੂੰ 5-5 ਰੁਪਏ ਕਿਵੇਂ ਵੇਚ ਸਕਦਾ ਸੀ, ਜਦੋਂ ਕਿ ਬਾਜ਼ਾਰ ਵਿੱਚ ਲੋਗੜ ਦਾ ਭਰਿਆ ਤੋਤਾ 20 ਰੁਪਏ ਵਿੱਚ ਵਿਕਦਾ ਸੀ। ਉਸਨੇ ਇੱਕ ਤੋਤਾ ਅਤੇ ਇੱਕ ਤੋਤੇ ਪਿੰਜਰੇ ਵਿੱਚ ਪਾ ਕੇ ਮੰਨੂ ਨੂੰ ਫੜਾ ਦਿੱਤੇ। ਮੈਂ ਉਸਨੂੰ 10 ਰੁਪਏ ਦਿੱਤੇ। ਬੱਚੇ ਪਿੰਜਰਾ ਚੁੱਕ ਕੇ ਦੌੜਦੇ ਹੋਏ ਸੂਰਤੀ ਕੋਲ ਗਏ ਤੇ ਉਸਨੂੰ ਇਹ ਨਵਾਂ ਤੋਹਫਾ ਖੁਸ਼ੀ-ਖੁਸ਼ੀ ਵਿਖਾਉਣ ਲੱਗੇ। ਤੋਤੇ ਵਾਲੇ ਨੇ ਤੋਤਿਆਂ ਦੀ ਖੁਰਾਕ, ਉਹਨਾਂ ਦੇ ਸੌਣ ਜਾਗਣ ਅਤੇ ਉਹਨਾਂ ਦੀਆਂ ਹੋਰ ਆਦਤਾਂ ਬਾਰੇ ਸਾਰੀਆਂ ਹਦਾਇਤਾਂ ਦੇ ਦਿੱਤੀਆਂ। ਰਾਤ ਨੂੰ ਇਹ ਡਰ ਸੀ ਕਿ ਕਿਤੇ ਬਿੱਲੀ ਨਾ ਆਵੇ, ਇਸ ਲਈ ਉਸਨੇ ਹਦਾਇਤ ਕੀਤੀ ਕਿ ਬੱਚਿਆਂ ਦੇ ਸੌਣ ਵਾਲੇ ਕਮਰੇ ਵਿੱਚ ਹੀ ਪਿੰਜਰੇ ਨੂੰ ਉੱਚਾ ਟੰਗ ਦਿੱਤਾ ਜਾਵੇ। ਮੰਨੂ ਨੇ ਦੱਸਿਆ ਕਿ ਸਾਡੇ ਜਮਾਦਾਰਨੀ ਕੌਸ਼ਲਿਆ ਦਾ ਤੋਤਾ ਗੱਲਾਂ ਕਰਦਾ ਸੀ। ਉਹ ਸੀਟੀ ਵੀ ਮਾਰ ਲੈਂਦਾ ਸੀ। ਮੰਨੂ ਨੇ ਵੀ ਆਪਣੇ ਤੋਤਿਆਂ ਨੂੰ ਸੀਟੀ ਵਜਾਉਣ ਦੀ ਸਿੱਖਿਆ ਦੇਣ ਦੀ ਸੋਚੀ। ਸਾਰੀ ਸ਼ਾਮ ਉਹ ਪਿੰਜਰੇ ਕੋਲ ਬੈਠੇ ਤੋਤਿਆਂ ਨਾਲ ਗੱਲਾਂ ਕਰਦੇ ਤੇ ਉਹਨਾਂ ਨੂੰ ਕੱਚੇ ਅੰਬ ਖਵਾਉਂਦੇ। ਤੋਤੇ ਆਪਣੀਆਂ ਨਿੱਕੀਆਂ ਨਿੱਕੀਆਂ ਗੋਲ ਅੱਖਾਂ ਘੁਮਾਉਂਦੇ ਤੇ ਟੀਂ ਟੀਂ ਕਰਦੇ, ਕਦੇ ਪਿੰਜਰੇ ਦੀਆਂ ਸੀਖਾਂ ਨੂੰ ਚੁੰਝ ਮਾਰਦੇ। ਜੰਨਤ ਜਾ ਕੇ ਮਿੱਠੀ ਚੂਰੀ ਲਿਆਈ ਤੇ ਸੀਖਾਂ ਦੇ ਵਿੱਚੋਂ ਦੀ ਤੋਤੇ ਨੂੰ ਖਵਾਉਣ ਲੱਗੀ। ਤੋਤੇ ਨੇ ਠੁੰਗ ਮਾਰੀ ਤੇ ਜੰਨਤ ਉੱਚੀ ਉੱਚੀ ਰੋਣ ਲੱਗੀ। ਮੈਂ ਉਸਨੂੰ ਮਸਾਂ ਚੁੱਪ ਕਰਾਇਆ। ਫਿਰ ਮੈਂ ਆਪਣੀ ਬਾਵਰਚੀ ਨੂੰ ਆਖਿਆ ਕਿ ਉਹ ਦੂਜੇ ਦਿਨ ਲੋਹੇ ਦਾ ਵੱਡਾ ਪਿੰਜਰਾ ਲੈ ਕੇ ਆਵੇ ਤੇ ਤੋਤੇ ਨੂੰ ਆਰਾਮ ਨਾਲ ਉਸ ਵਿੱਚ ਰੱਖੇ। ਜੰਨਤ ਨੂੰ ਆਖਿਆ ਕਿ ਉਹ ਦੁਬਾਰਾ ਪਿੰਜਰੇ ਵਿੱਚ ਉਂਗਲਾਂ ਨਾ ਪਾਵੇ। ਦੂਜੇ ਦਿਨ ਸਾਨੂੰ ਪਤਾ ਲੱਗਾ ਕਿ ਰਾਤ ਤੋਤਾ ਤੋਤੀ ਖੂਬ ਲੜੇ। ਤੋਤੇ ਨੇ ਠੁੰਗੇ ਮਾਰ ਮਾਰ ਕੇ ਤੋਤੀ ਨੂੰ ਮਾਰ ਦਿੱਤਾ। ਜੰਨਤ ਤੇ ਮੰਨੂ ਬੜੇ ਉਦਾਸ ਸਨ। ਮੈਂ ਮੋਏ ਹੋਏ ਪੰਛੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਤੇ ਉਹਨਾਂ ਨੂੰ ਆਖਿਆ ਉਹ ਇਸ ਨੂੰ ਸਫੈਦੇ ਦਰਖਤ ਹੇਠ ਦੱਬ ਦੇਣ। ਜੰਨਤ ਨੇ ਤੋਤੀ ਨੂੰ ਆਪਣੇ ਨਿੱਕੇ ਹੱਥਾਂ ਵਿੱਚ ਚੁੱਕਿਆ ਤੇ ਦਰਖਤ ਹੇਠ ਲੈ ਗਈ। ਉਸਨੇ ਤੇ ਮੰਨੂ ਨੇ ਹੱਥਾਂ ਨਾਲ ਜ਼ਮੀਨ ਖੋਦੀ, ਡੂੰਘਾ ਟੋਇਆ ਪੁੱਟਿਆ, ਇਸ ਵਿੱਚ ਤੋਤੀ ਨੂੰ ਲਿਟਾ ਕੇ ਉੱਪਰ ਮਿੱਟੀ ਪੋਰ ਦਿੱਤੀ। ਸਾਡਾ ਬਾਵਰਚੀ ਆਇਆ। ਜਿਨੀ ਤੇ ਮੈਂ ਤੋਤੀ ਨੂੰ ਦਫਨ ਕਰਨ ਦੀ ਰਸਮ ਵਿੱਚ ਸ਼ਾਮਲ ਹੋਏ। ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ। ਬਿਜਲੀ ਘੜੀ ਮੁੜੀ ਅਸਮਾਨ ਉੱਤੇ ਚਾਬਕ ਮਾਰਦੀ ਅਤੇ ਬੱਦਲ ਗਰਜ ਉੱਠਦੇ। ਸਫੈਦੇ ਦੇ ਦਰਖਤਾਂ ਦੀਆਂ ਉੱਚੀਆਂ ਉੱਚੀਆਂ ਛਤਰੀਆਂ ਝੂਮ ਰਹੀਆਂ ਸਨ। ਫਾਟਕ ਦੇ ਬਾਹਰ ਖੜੇ ਉੱਤੇ ਪਾਣੀ ਦਾ ਦਰਿਆ ਵਗ ਰਿਹਾ ਸੀ। ਅੰਬਾਂ ਦੇ ਦਰਖਤ, ਫੁੱਲਾਂ ਵਾਲੇ ਪੌਦੇ ਤੇ ਝਾੜੀਆਂ ਕੁਦਰਤ ਦੇ ਤੂਫਾਨ ਵਿੱਚ ਨਹਾ ਰਹੀਆਂ ਸਨ। ਮੈਂ ਇੱਕ ਮੋਟਰ ਕਾਰ ਦੀ ਛੱਪ ਸੁਣੀ ਤੇ ਫਿਰ ਉਸ ਦੇ ਰੁਕਣ ਤੇ ਦਰਵਾਜ਼ਾ ਬੰਦ ਹੋਣ ਦਾ ਖੜਾਕ। ਉਸ ਵਿੱਚੋਂ ਹੁਸੈਨ ਬਾਹਰ ਨਿਕਲਿਆ ਤੇ ਭਿੱਜਦਾ ਹੋਇਆ ਅੰਦਰ ਆਇਆ। ਹੁਸੈਨ ਨੇ ਸਾਡੀ ਸ਼ਾਦੀ ਦੇ ਪਹਿਲੇ ਸਾਲ ਹੀ ਜਦੋਂ ਅਸੀਂ ਦਿੱਲੀ ਆਏ ਹੋਏ ਤਾਂ ਅੱਧੇ ਘੰਟੇ ਵਿੱਚ ਜਿਨੀ ਦੀ ਇੱਕ ਪੇਂਟਿੰਗ ਬਣਾਈ ਸੀ
ਅਸੀਂ ਉਸ ਨੂੰ ਉਸਦੇ ਸਟੂਡੀਓ ਵਿੱਚ ਮਿਲਣ ਗਏ ਸਾਂ। ਜਿੰਨੀ ਕਾਲੀ ਸ਼ਾਲ ਦੀ ਬੁੱਕਰ ਮਾਰੀ ਕੁਰਸੀ ਉੱਤੇ ਬੈਠੀ ਸੀ, ਦੋਵੇਂ ਹੱਥ ਗੋਡਿਆਂ ਉੱਤੇ ਰੱਖੀ। ਹੁਸੈਨ ਨੇ ਫਰਸ਼ ਉੱਤੇ ਕੈਨਵਸ ਵਿਛਾ ਲਈ ਤੇ ਗੋਡਿਆਂ ਭਾਰ ਹੋ ਕੇ ਪੇਂਟ ਕਰਨ ਲੱਗਾ। ਉਹਦੇ ਚਿਹਰੇ ਨੂੰ ਚਿੱਟੀ ਦਾੜੀ ਨੇ ਸ਼ਿੰਗਾਰ ਰੱਖਿਆ ਸੀ ਤੇ ਉਸ ਦੀਆਂ ਅੱਖਾਂ ਵਿੱਚ ਤਪੋਬਨੀ ਇਕਾਗਰਤਾ ਸੀ। ਹੁਸੈਨ ਪੇਂਟ ਕਰਦਾ ਹੋਇਆ ਇਉਂ ਲੱਗ ਰਿਹਾ ਸੀ ਜਿਵੇਂ ਨਮਾਜ਼ ਪੜ੍ਹ ਰਿਹਾ ਹੈ। ਮੈਂ ਦਮ ਰੋਕੀ ਖੜਾ ਸੀ ਤੇ ਉਸ ਦੀ ਬਿਰਤੀ ਭੰਗ ਨਾ ਹੋ ਜਾਵੇ। ਇਤਨੇ ਵਿੱਚ ਇੱਕ ਨੌਜਵਾਨ ਪਤਲੀ ਕੁੜੀ ਤੇਜ਼ੀ ਨਾਲ ਦਾਖਲ ਹੋਈ। ਉਸਨੇ ਇੱਧਰ ਉੱਧਰ ਝਾਤ ਸੁੱਟੀ ਤੇ ਹੁਸੈਨ ਨੂੰ ਹੁਕਮ ਦਿੱਤਾ ਕਿ ਉਹ ਉਸਨੂੰ ਫੌਰਨ ਹੀ ਆਪਣੀ ਕਾਰ ਵਿੱਚ ਕਨਾਟ ਪਲੇਸ ਛੱਡ ਕੇ ਆਵੇ। ਹੁਸੈਨ ਨੇ ਆਪਣੀਆਂ ਜੇਬਾਂ ਵਿੱਚ ਹੱਥ ਮਾਰੇ ਤੇ ਪੈਸੇ ਕੱਢ ਕੇ ਆਖਿਆ ਕਿ ਉਹ ਟੈਕਸੀ ਲੈ ਕੇ ਚਲੀ ਜਾਵੇ। ਇਹ ਗੱਲ ਸੁਣ ਕੇ ਉਹ ਕੁੜੀ ਗੁੱਸੇ ਨਾਲ ਮੁੜੀ ਤੇ ਸੈਂਡਲ ਖਟਾਕਦੀ ਪੌੜੀਆਂ ਉਤਰ ਗਈ। ਹੁਸੈਨ ਨੇ ਪਰੇਸ਼ਾਨੀ ਨਾਲ ਵੇਖਿਆ ਤੇ ਆਪਣਾ ਬੁਰਸ਼ ਰੱਖ ਦਿੱਤਾ। ਪੇਂਟਿੰਗ ਮੁਕੰਮਲ ਹੋ ਗਈ। ਹੁਸੈਨ ਜਿੱਥੇ ਜਾਂਦਾ ਸੀ ਉੱਥੇ ਪੇਂਟ ਕਰਦਾ ਅਤੇ ਸਕੈਚ ਬਣਾਉਂਦਾ। ਉੱਪਰੇ ਘਰਾਂ ਦੇ ਦੋਸਤਾਂ ਦੇ ਘਰਾਂ ਵਿੱਚੋਂ ਖੂਬਸੂਰਤ ਪੇਂਟਿੰਗਾਂ ਬਣਾ ਕੇ ਕਈ ਵਾਰ ਛੱਡ ਜਾਂਦਾ, ਜਿਵੇਂ ਕੋਈ ਆਪਣੀ ਛਤਰੀ ਪਿੱਛੇ ਛੱਡ ਜਾਵੇ। ਹੁਸੈਨ ਮੇਰੇ ਘਰ 3 ਦਿਨ ਰਿਹਾ। ਉਹ ਵੱਡੇ ਕਮਰੇ ਵਿੱਚ ਤਖਤ ਪੋਸ਼ ਤੇ ਸੌ ਜਾਂਦਾ। ਉਸ ਕੋਲ ਇੱਕ ਨਿੱਕਾ ਕਾਲਾ ਥੈਲਾ ਸੀ ਜਿਸ ਵਿੱਚ ਉਸਦਾ ਸਫ਼ਰੀ ਸਮਾਨ ਸੀ। ਮੈਂ ਕੁਝ ਡਰਾਇੰਗ ਕਾਗਜ਼, ਰੰਗ ਤੇ ਬੁਰਸ਼ ਉਸਦੇ ਸਿਰਹਾਣੇ ਰੱਖ ਦਿੱਤੇ। 1-2 ਵਾਰ ਗੱਲਾਂ ਵਿੱਚ ਆਖਿਆ ਕਿ ਜੇ ਉਹ ਪੇਂਟਿੰਗ ਬਣਾਵੇ ਤਾਂ ਬੜਾ ਚੰਗਾ ਹੋਵੇ, ਪਰ ਉਸਨੇ ਇਸ ਕੁੰਡੀ ਮੂੰਹ ਨਾ ਮਾਰਿਆ। ਜੰਨਤ ਨੇ ਮੈਨੂੰ ਦੌੜਦੇ ਹੋਏ ਕਮਰੇ ਵਿੱਚ ਆਏ ਤੇ ਚਿੱਟੀ ਦਾੜੀ ਵਾਲੇ ਓਪਰੇ ਬੰਦੇ ਨੂੰ ਦੇਖ ਕੇ ਠਠੰਬਰ ਗਏ। ਹੁਸੈਨ ਨੇ ਉਹਨਾਂ ਨੂੰ ਬੁਲਾਇਆ ਤੇ ਜੰਨਤ ਨੂੰ ਗੋਦੀ ਚੁੱਕ ਲਿਆ, ਪਰ ਜੰਨਤ ਸ਼ਰਮਾ ਕੇ ਹੇਠਾਂ ਉਤਰਲੀ ਕਾਹਲੀ ਪੈ ਗਈ। ਉਹ ਇਸ ਓਪਰੇ ਆਦਮੀ ਨਾਲ ਗੱਲਾਂ ਕਰਨ ਤੋਂ ਝਿਜਕਦੀ ਸੀ। ਯਕਦਮ ਉਸਨੂੰ ਉਸਦੀ ਚਿੱਟੀ ਦਾੜੀ ਚੰਗੀ ਲੱਗੀ। ਉਸਨੇ ਇਸ ਨੂੰ ਖਿੱਚ ਕੇ ਦੇਖਿਆ ਕਿ ਇਹ ਅਸਲੀ ਸੀ ਕਿ ਨਕਲੀ। ਉਹ ਇੰਨੀ ਲੰਮੀ ਦਾੜੀ ਕਿਉਂ ਲਾਈ ਫਿਰਦਾ ਸੀ? ਚੌੜੀ ਭਰਵੀਂ ਚਿੱਟੀ ਦਾੜੀ। ਉਸਨੂੰ ਬਹੁਤ ਸਾਂਤਾ ਕਲਾਸ ਜਾਪਿਆ। ਉਹ ਮੁਸਕਰਾਈ ਤੇ ਉਸਨੇ ਅੱਖਾਂ ਮੀਚ ਕੇ ਬਿੱਲੀ ਵਾਂਗ ਮਿਆਉਂ ਮਿਆਉਂ ਕੀਤੀ। ਹੁਸੈਨ ਨੇ ਉਸਨੂੰ ਹੇਠਾਂ ਉਤਾਰ ਦਿੱਤਾ। ਕਿਚਨ ਵਿੱਚ ਗਿਆ ਤੇ ਪਾਣੀ ਦਾ ਗਲਾਸ ਲੈ ਆਇਆ। ਉਸਨੇ ਪੋਸਟਰ ਵਾਲੇ ਰੰਗਾਂ ਦੀਆਂ ਨਿੱਕੀਆਂ ਸ਼ੀਸ਼ੀਆਂ ਦੇ ਢੱਕਣ ਖੋਲ੍ਹੇ, ਬੁਰਸ਼ ਕੱਢਿਆ ਤੇ ਉਸਨੂੰ ਰੰਗ ਵਿੱਚ ਡੁਬੋ ਕੇ ਪੇਂਟ ਕਰਨ ਲੱਗਾ। ਉਸਨੇ ਬੁਰਸ਼ ਦੇ 1-2 ਝਟਕੇ ਵਿੱਚ ਮੋਟੀ ਕਾਲੀ ਲੀਕ ਵਾਹੀ ਤੇ ਬਿੱਲੀ ਦੀ ਮੂਰਤ ਬਣਾ ਦਿੱਤੀ। ਜੰਨਤ ਬੋਲੀ, ਲਾਲ ਰੰਗ ਭਰ ਇਸ ਵਿੱਚ। ਹੁਸੈਨ ਨੇ ਲਾਲ ਰੰਗ ਭਰ ਦਿੱਤਾ। ਜੰਨਤ ਫੇਰ ਹੁਕਮ ਦਿੱਤਾ, ਪੀਲਾ, ਨੀਲਾ। ਹੁਸੈਨ ਉਸਦੇ ਹੁਕਮ ਅਨੁਸਾਰ ਰੰਗ ਭਰਦਾ ਗਿਆ। ਜੰਨਤ ਬੋਲੀ, ਪੂੰਛ ਕਿੱਥੇ ਹੈ? ਹੁਸੈਨ ਨੇ ਇੱਕ ਲੰਮੀ ਪੂੰਛ ਬਣਾ ਦਿੱਤੀ। ਅਖੀਰ ਵਿੱਚ ਇੱਕ ਨਰਮ ਜੱਤ ਵਾਲੀ ਕਾਲੀ ਬਿੱਲੀ ਬਣ ਗਈ ਜਿਸ ਦੇ ਲਾਲ ਪੰਜੇ ਸਨ ਤੇ ਪੀਲਾ ਢਿੱਡ। ਮਨੂ ਨੇ ਆਖਿਆ ਕਿ ਹੁਸੈਨ ਉਸ ਲਈ ਹਾਥੀ ਬਣਾਏ। ਹੁਸੈਨ ਨੇ ਬੁਰਸ਼ ਨੂੰ ਸੰਦੂਰੀ ਰੰਗ ਵਿੱਚ ਡੋਬਿਆ ਤੇ ਕਿ ਬਹੁਤ ਵੱਡੇ ਮੱਥੇ ਵਾਲਾ ਹਾਥੀ ਹੈ ਤੇ ਉਸਦੀ ਸੁੰਡ ਬਣਾਈ। ਟੰਗਾਂ ਤੇ ਧੜ ਤੇ ਪੂੰਛ ਲਈ ਕੋਈ ਜਗ੍ਹਾ ਨਾ ਬਚੀ। ਜੰਨਤ ਗੁੱਸੇ ਵਿੱਚ ਬੋਲੀ, ਇਸ ਨੂੰ ਇੰਨਾ ਵੱਡਾ ਹਾਥੀ ਤੇ ਮੈਨੂੰ ਸਿਰਫ ਬਿੱਲੀ। ਮੈਨੂੰ ਨਹੀਂ ਲੋੜ ਤੇਰੀ ਬਿੱਲੀ ਦੀ। ਉਸਨੇ ਗਿੱਲੀ ਬਿੱਲੀ ਉੱਤੇ ਹੱਥ ਮਾਰਿਆ ਤੇ ਮੂਰਤ ਉੱਤੇ ਪੂੰਝੇ ਪਾ ਦਿੱਤਾ। ਫਿਰ ਉਸਨੇ ਕਾਗਜ਼ ਨੂੰ ਚੁੱਕਿਆ, ਮਰੋੜਿਆ ਤੇ ਹੁਸੈਨ ਦੀ ਦਾੜੀ ਉੱਤੇ ਦੇ ਮਾਰਿਆ। ਮਨੂੰ ਇਸ ਲਈ ਨਾਰਾਜ਼ ਸੀ ਕਿ ਉਸਦੇ ਹਾਥੀ ਦੀ ਟੰਗਾਂ ਦੇ ਪੂੰਛ ਨਹੀਂ ਸਨ। ਉਸਨੇ ਹਾਥੀ ਨੂੰ ਠੁੱਡਾ ਮਾਰਿਆ। ਸੰਦੂਰੀ ਰੰਗ ਖਿੰਡ ਗਿਆ। ਦੋਹਾਂ ਬੱਚਿਆਂ ਨੇ ਮੂਰਤਾਂ ਨੂੰ ਤੋੜ ਮਰੋੜ ਕੇ ਪਾਰ ਸੁੱਟਿਆ। ਹੁਸੈਨ ਬੋਲਿਆ, ਮੈਂ ਤੇਰੇ ਲਈ ਨਵੀਂ ਮੂਰਤ ਬਣਾਉਂਦਾ ਹਾਂ। ਜੰਨਤ ਬੋਲੀ, ਮੈਨੂੰ ਨਹੀਂ ਲੋੜ ਤੇਰੀ ਮੂਰਤ ਦੀ, ਤੇ ਉਹ ਚਲੀ ਗਈ। ਉਸਦੇ ਮਗਰੇ ਮਨੂੰ ਚਲਾ ਗਿਆ। ਅੱਧੀ ਰਾਤ ਹੋਣ ਤੇ ਆਈ ਸੀ। ਹੁਸੈਨ ਦੇ ਜਾਣ ਦਾ ਵਕਤ ਆ ਗਿਆ। ਮੈਂ ਉਸਨੂੰ ਵਿਦਾ ਕਰਨ ਲਈ ਰੇਲਵੇ ਸਟੇਸ਼ਨ ਗਿਆ। ਜਿਨੀ ਲੰਮੀ ਸੈਰ ਕਰਨ ਦੀ ਸ਼ੌਕੀਨ ਸੀ, ਉਹ ਆਖਦੀ ਕਿ ਸੂਰਜ ਅਸਤ ਹੋਣ ਸਮੇਂ ਬੰਦੇ ਨੂੰ ਸੈਰ ਕਰਨੀ ਚਾਹੀਦੀ ਹੈ ਤੇ ਡੁੱਬਦੇ ਸੂਰਜ ਦੇ ਦਰਸ਼ਨ ਕਰਨੇ ਚਾਹੀਦੇ ਹਨ। ਕਈ ਵਾਰ ਮੈਂ ਉਸ ਨਾਲ ਝੀਲ ਦੇ ਕੰਢੇ ਸੈਰ ਕਰਨ ਜਾਂਦਾ ਜਾਂ ਯੂਨੀਵਰਸਿਟੀ ਦੇ ਨੇੜੇ ਇੱਕ ਰੇਤੜ ਨਦੀ ਦੇ ਕੰਢੇ ਉਸਦੇ ਆਸੇ-ਪਾਸੇ ਸਰਕੰਡੇ ਝੂਮਦੇ। ਪਰ ਅਕਸਰ ਮੈਂ ਸੈਰ ਕਰਨੀ ਟਾਲ ਜਾਂਦਾ। ਮੈਂ ਬਹੁਤ ਸੁਸਤ ਸਾਂ। ਬਸ ਦੋਸਤਾਂ ਨਾਲ ਬੈਠ ਕੇ ਚਾਹ ਪੀਂਦਾ ਤੇ ਗੱਲਾਂ ਕਰਦਾ। ਪਰ ਜਿਨੀ ਲਈ ਸੈਰ ਇਤਨੀ ਜ਼ਰੂਰੀ ਸੀ ਜਿਤਨਾ ਕਿ ਖਾਣਾ। ਲੋਕ ਅਕਸਰ ਹੀ ਇੱਕ ਲੰਮੀ ਝੰਮੀ ਕੁੜੀ ਨੂੰ ਇਕੱਲੀ ਹੀ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਜਾਂਦੀ ਨੂੰ ਦੇਖਦੇ। ਉਸਦੇ ਲੰਮੇ ਸੁਨਹਿਰੇ ਵਾਲ ਹਵਾ ਵਿੱਚ ਉੱਡਦੇ। ਉਹ ਦਿਨ ਛਿਪੇ ਘਰ ਆ ਜਾਂਦੀ, ਹਮੇਸ਼ਾ ਡਿਨਰ ਤੋਂ ਪਹਿਲਾਂ, ਕਿਉਂਕਿ ਉਹ 7:30 ਵਜੇ ਡਿਨਰ ਖਾ ਲੈਂਦੀ। ਇਹ ਆਦਤ ਉਸਨੂੰ ਅਮਰੀਕਾ ਤੋਂ ਹੀ ਸੀ। ਉਸਨੇ ਆਖਿਆ, ਤੂੰ ਹਰ ਥਾਂ ਕਾਰ ਵਿੱਚ ਕਿਉਂ ਜਾਣਾ ਹੈ? ਜੇ ਕੈਂਪਸ ਦੀ ਮਾਰਕੀਟ ਜਾਣਾ ਹੋਵੇ ਤਾਂ ਕਾਰ ਵਿੱਚ। ਕੀ ਲੋੜ ਹੈ ਹਰ ਵੇਲੇ ਕਾਰ ਦੀ? ਬਿਹਤਰ ਹੈ ਆਪਾਂ 2 ਸਾਈਕਲ ਖਰੀਦ ਲਈਏ। ਸ਼ਾਮ ਵੇਲੇ ਸਾਈਕਲਾਂ ਉੱਤੇ ਝੀਲ ਦੀ ਸੈਰ ਕਰਨ ਜਾਈਏ। ਇਹ ਸਿਹਤ ਲਈ ਬਹੁਤ ਚੰਗਾ ਹੈ। ਤੇਰਾ ਸਰੀਰ ਪਤਲਾ ਤੇ ਚੁਸਤ ਰਹੇਗਾ। ਮੈਨੂੰ ਸਾਈਕਲ ਚਲਾਉਣਾ ਪਸੰਦ ਨਹੀਂ ਸੀ। ਮੈਂ ਸਿਰਫ ਅੱਛੀ ਸਿਹਤ ਰੱਖਣ ਖਾਤਰ ਇਸ ਤਰ੍ਹਾਂ ਜਬਰੀ ਸੈਰ ਤੇ ਸਾਈਕਲ ਦੀ ਸਵਾਰੀ ਨਹੀਂ ਸੀ ਕਰਨਾ ਚਾਹੁੰਦਾ। ਜਿਨੀ ਨਾ ਬੀਅਰ ਪੀਂਦੀ ਨਾ ਵਿਸਕੀ। ਬਸ ਖਾਸ ਮੌਕਿਆਂ ਉੱਤੇ ਕਿਸੇ ਨੂੰ ਵਾਈਨ ਪਸੰਦ ਸੀ। ਉਸਨੂੰ ਵਾਈਨ ਪਸੰਦ ਸੀ। ਜਿਵੇਂ ਸਾਡੀ ਸ਼ਾਦੀ ਦੀ ਸਾਲਗਿਰਾ ਜਾਂ ਕ੍ਰਿਸਮਸ ਦੀ ਸ਼ਾਮ। ਉਸਨੂੰ ਸ਼ੈਂਪੇਨ ਬਹੁਤ ਪਸੰਦ ਸੀ।
ਇਸ ਦੇ ਸਰੂਰ ਵਿੱਚ ਕਿਸੇ ਸੁਣਦੀ ਆਈ ਸੀ ਤੇ ਉਹ ਇਸ ਨਸ਼ੀਲੀ ਤੇ ਸ਼ਾਹੀ ਪਰੰਪਰਾ ਤੋਂ ਪ੍ਰਭਾਵਿਤ ਸੀ। ਸਾਡੀ ਸ਼ਾਦੀ ਵੇਲੇ ਉਸਨੇ ਸ਼ੈਂਪੇਨ ਪੀਤੀ ਤੇ ਇੱਕ ਗਲਾਸ ਪੀ ਕੇ ਹੀ ਉਸਨੂੰ ਨਸ਼ਾ ਚੜ੍ਹ ਗਿਆ, ਜਿਸ ਨੂੰ ਉਸਨੇ ਕਈ ਸਾਲ ਯਾਦ ਰੱਖਿਆ। ਮੈਂ ਆਪਣੇ ਡਰਾਮੇ ਦੀ ਪ੍ਰੋਡਕਸ਼ਨ ਖਤਮ ਕਰ ਚੁੱਕਾ ਸੀ। ਇੱਕ ਦੋਸਤ ਲੰਡਨ ਤੋਂ ਆਉਂਦਾ ਹੋਇਆ ਮੇਰੇ ਲਈ ਸ਼ੈਂਪੇਨ ਦੀ ਇੱਕ ਵੱਡੀ ਬੋਤਲ ਲਿਆਇਆ ਸੀ। ਮੈਂ ਬੋਤਲ ਨੂੰ ਫ੍ਰਿਜ ਵਿੱਚ ਖੂਬ ਠੰਡਾ ਹੋਣ ਲਈ ਰੱਖ ਦਿੱਤਾ। ਸੋਚਿਆ ਡਿਨਰ ਵੇਲੇ ਜਦੋਂ ਜੀਨੀ ਸ਼ੈਂਪੇਨ ਦੇਖੇਗੀ ਤਾਂ ਖੁਸ਼ੀ ਨਾਲ ਚੀਕ ਉੱਠੇਗੀ। ਉਹ ਇੱਕ ਸਹੇਲੀ ਨੂੰ ਮਿਲਣ ਵਾਸਤੇ 10 ਸੈਕਟਰ ਵਿੱਚ ਗਈ ਹੋਈ ਸੀ ਤੇ ਉਸਨੇ ਮੈਨੂੰ ਆਖਿਆ ਸੀ ਕਿ ਹਨੇਰਾ ਹੋਣ ਤੋਂ ਪਹਿਲਾਂ ਮੈਂ ਉਸਨੂੰ ਲੈ ਆਵਾਂ। ਮੈਂ ਉਸਨੂੰ ਲੈਣ ਲਈ ਜਾਣ ਹੀ ਲੱਗਾ ਸਾਂ ਕਿ ਇੱਕ ਸਟੂਡੈਂਟ ਦੌੜਦਾ ਹੋਇਆ ਆਇਆ। ਉਸਨੇ ਮੈਨੂੰ ਦੱਸਿਆ ਕਿ ਜੀਨੀ ਦਾ ਐਕਸੀਡੈਂਟ ਹੋ ਗਿਆ ਤੇ ਉਹ PGI ਹਸਪਤਾਲ ਹੈ। ਉਹ ਸੜਕ ਪਾਰ ਕਰ ਰਹੀ ਸੀ ਜਦੋਂ ਇੱਕ ਤੇਜ਼ ਮੋਟਰਸਾਈਕਲ ਵਾਲਾ ਉਸਨੂੰ ਟੱਕਰ ਮਾਰ ਕੇ ਦੌੜ ਗਿਆ। ਮੈਂ ਫੌਰਨ ਹਸਪਤਾਲ ਪਹੁੰਚਿਆ। ਜੀਨੀ ਬਿਸਤਰ ਤੇ ਪਈ ਹੋਈ ਸੀ ਤੇ ਨਰਸਾਂ ਉਸ ਤੇ ਡਾਕਟਰਾਂ ਨੇ ਘੇਰ ਰੱਖਿਆ ਸੀ। ਉਸਨੇ ਅੱਖਾਂ ਖੋਲ੍ਹੀਆਂ ਤੇ ਮੇਰਾ ਹੱਥ ਫੜ ਕੇ ਆਖਿਆ, ਮੈਂ ਆਪਣੀ ਸਹੇਲੀ ਦੇ ਘਰ ਤੈਨੂੰ ਉਡੀਕਦੀ ਰਹੀ। ਦੇਰ ਹੋ ਗਈ, ਤੂੰ ਨਾ ਆਇਆ। ਮੈਂ ਪੈਦਲ ਹੀ ਚੱਲ ਪਈ। ਟੱਕਰ ਲੱਗਣ ਨਾਲ ਮੈਂ ਡਿੱਗ ਪਈ। ਮੇਰੀ ਹਸਲੀ ਟੁੱਟ ਗਈ। ਇੱਥੇ ਗਰਦਨ ਕੋਲ ਬਹੁਤ ਦਰਦ ਹੁੰਦਾ ਹੈ, ਪਰ ਮੈਂ ਠੀਕ ਹੋ ਜਾਵਾਂਗੀ ਤੇ ਇੱਥੇ ਬਾਹਾਂ ਉੱਤੇ ਵੀ ਸੱਟ ਲੱਗੀ ਹੈ। ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਮੈਂ ਉਸਦਾ ਹੱਥ ਘੁੱਟਿਆ ਤੇ ਆਖਿਆ, ਮੈਨੂੰ ਮਾਫ਼ ਕਰ ਦੇ। ਮੈਂ ਬਹੁਤ ਲਾਪਰਵਾਹ ਹੀ ਵਰਤੀ। ਮੈਨੂੰ ਅਫਸੋਸ ਹੈ। ਸਾਡੀਆਂ ਸੜਕਾਂ ਖੂਨੀ ਹਨ ਤੇ ਰਸਤੇ ਵੈਰੀ, ਪਰ ਸਾਰਾ ਦੋਸ਼ ਮੇਰਾ ਹੈ। ਮੇਰੀ ਪਿਆਰੀ। ਉਸ ਦੀਆਂ ਅੱਖਾਂ ਵਿੱਚ ਹੰਝੂ ਛਲਕ ਪਏ ਤੇ ਉਸਦੇ ਬੁੱਲ੍ਹ ਕੰਬਣ ਲੱਗੇ। ਉਸਨੇ ਮੇਰੇ ਹੱਥ ਨੂੰ ਚੁੰਮਿਆ ਤੇ ਆਖਿਆ, ਮੈਂ ਠੀਕ ਹੋ ਜਾਵਾਂਗੀ। ਮੇਰਾ ਰੋਜ਼ ਦਾ ਮਾਮੂਲ ਇਹ ਸੀ, ਥੀਏਟਰ ਜਾਣਾ, ਮੁੰਡਿਆਂ ਨੂੰ ਪੜ੍ਹਾਉਣਾ, ਰਿਹਰਸਲ ਲੈਣੀ ਤੇ ਨਾਟਕ ਦੀ ਪ੍ਰੋਡਕਸ਼ਨ ਕਰਦਿਆਂ ਉਸ ਨੂੰ ਮੰਚ ਉੱਤੇ ਐਕਟ ਕਰਨ, ਚੱਲਣ, ਚਿਹਰੇ ਉੱਤੇ ਹਾਵ ਭਾਵ ਦਿਖਾਉਣ ਤੇ ਪਾਤਰ ਤੇ ਅੰਤਰੀਬ ਜਜ਼ਬਿਆਂ ਨੂੰ ਪ੍ਰਗਟਾਉਣ ਬਾਰੇ ਦੱਸਣਾ। ਮੈਂ ਪਾਤਰਾਂ ਤੇ ਕਲਾਕਾਰਾਂ ਦੇ ਜਜ਼ਬਾਤੀ ਸੰਘਰਸ਼ ਵਿੱਚ ਇੰਨਾ ਗੁਆਚ ਜਾਂਦਾ ਕਿ ਰਿਹਰਸਲ ਪਿੱਛੋਂ ਥੱਕ ਜਾਂਦਾ। ਥੱਕਿਆ ਹੋਇਆ ਮੈਂ ਰਾਤ ਦੇ 9 ਵਜੇ ਘਰ ਆਉਂਦਾ। ਜੀਨੀ ਤੇ ਬੱਚੇ ਰੋਟੀ ਖਾ ਚੁੱਕੇ ਹੁੰਦੇ ਤੇ ਉਹ 에ਅਰ ਕੰਡੀਸ਼ਨਰ ਬੈੱਡਰੂਮ ਵਿੱਚ ਹੁੰਦੇ। ਮੈਂ ਕਿਚਨ ਵਿੱਚ ਹੀ ਇਕੱਲਾ ਰੋਟੀ ਖਾਂਦਾ ਕਿਉਂਕਿ ਮਸਾਲੇ ਦੀ ਤੇਜ਼ ਖੁਸ਼ਬੂ ਜੀਨੀ ਨੂੰ ਚੰਗੀ ਨਾ ਲੱਗਦੀ। ਕਈ ਵਾਰ ਮੈਂ ਮਿਰਚਾਂ ਦਾ ਤੜਕਾ ਵੀ ਆਪ ਹੀ ਦੁਬਾਰਾ ਲਾ ਲੈਂਦਾ। ਰੋਟੀ ਖਾ ਕੇ ਮੈਂ ਛੇਤੀ ਬੁਰਸ਼ ਕਰਦਾ ਤੇ ਬੈੱਡਰੂਮ ਵਿੱਚ ਉਹਨਾਂ ਨਾਲ ਸ਼ਾਮਲ ਹੋ ਜਾਂਦਾ। ਜੀਨੀ ਕੋਈ ਕਿਤਾਬ ਪੜ੍ਹ ਰਹੀ ਹੁੰਦੀ। ਮੈਂ ਬਿਸਤਰ ਉੱਤੇ ਲੇਟ ਜਾਂਦਾ ਤੇ ਉਹ ਮੈਨੂੰ ਕਿਤਾਬ ਵਿੱਚੋਂ ਕਈ ਸਵਾਦਲੇ ਟੁਕੜੇ ਪੜ੍ਹ ਕੇ ਸੁਣਾਉਂਦੀ। ਉਹ ਮੇਰਾ ਸਿਰ ਘੁੱਟਦੀ, ਮੋਢੇ ਤੇ ਪਿੱਠ ਉੱਤੇ ਆਪਣੀਆਂ ਲੰਮੀਆਂ ਜਜ਼ਬੇ ਸਿੰਮੀਆਂ ਉਂਗਲਾਂ ਫੇਰਦੀ ਤੇ ਮੈਂ ਹੌਲੀ ਸੌਂ ਜਾਂਦਾ। ਕ੍ਰਿਸਮਸ ਦੀ ਸ਼ਾਮ ਸੀ। ਅਸੀਂ ਇਸ ਨੂੰ ਮਨਾਉਣ ਲਈ ਇੱਕ ਨਿੱਕੀ ਬਤਖ ਪਕਾਉਣ ਦਾ ਪ੍ਰਬੰਧ ਕੀਤਾ। ਜੀਨੀ ਨੇ ਉਸ ਨੂੰ ਲੂਣ ਮਸਾਲਾ ਲਾ ਕੇ ਰੱਖ ਦਿੱਤਾ ਸੀ। ਸਾਰਾ ਦਿਨ ਉਸਨੇ ਤਰ੍ਹਾਂ ਦੇ ਮਸਾਲੇ ਪੀਹਣ, ਪਿਆਜ਼ ਭੁੰਨਣ ਤੇ ਖੁੰਬਾਂ ਨੂੰ ਤਲਣ ਵਿੱਚ ਲਾ ਦਿੱਤਾ। ਫਿਰ ਉਸ ਨੂੰ ਭੁੰਨੇ ਹੋਏ ਚੌਲਾਂ ਵਿੱਚ ਮਿਲਾ ਕੇ ਬਤਖ ਨੂੰ ਭਰ ਦਿੱਤਾ ਤੇ ਬੜੀ ਇਹਤਿਆਤ ਨਾਲ ਟਾਂਕੇ ਲਾ ਕੇ ਬਿਜਲੀ ਦੇ ਤੰਦੂਰ ਵਿੱਚ ਟੰਗ ਦਿੱਤਾ। ਸਾਰਾ ਦਿਨ ਜੀਨੀ ਕਿਚਨ ਵਿੱਚ ਬਿਜਲੀ ਦੀਆਂ ਨਿੱਕੀਆਂ ਚੱਕੀਆਂ ਦੀ ਘੂਕਰ ਵਿੱਚ ਗਾਉਂਦੀ ਰਹੀ। ਸ਼ਾਮ ਵੇਲੇ ਉਸਨੇ ਬੈੱਡਰੂਮ ਵਿੱਚ ਨਵੀਂ ਮੇਜ਼ ਉੱਤੇ ਕਰੋਸ਼ੀਏ ਦਾ ਕੱਢਿਆ ਮੇਜ਼ ਪੋਸ਼ ਵਿਛਾ ਕੇ ਡਿਨਰ ਲਈ ਪਲੇਟਾਂ ਦੇ ਡੋਂਗੇ ਰੱਖੇ। ਆਪਣੇ ਦਾਜ ਵਿੱਚ ਲਿਆਂਦੀ ਕੀਮਤੀ ਕਰਾਕਰੀ ਤੇ ਚਾਂਦੀ ਦੀ ਖਾਸ ਛੁਰੀ ਕਾਂਟੇ ਸਜਾਏ। ਕੀਮਤੀ ਜਾਪਾਨੀ ਸਿਲਕ ਦੇ ਨੀਲੇ ਨੈਪਕਿਨ 2 ਮੋਟੀਆਂ ਲਾਲ ਮੋਮਬੱਤੀਆਂ ਨੂੰ ਰੋਸ਼ਨ ਕੀਤਾ। ਉਹ ਭੁੰਨੀ ਹੋਈ ਬਤਖ ਨੂੰ ਲੰਮੀ ਛੁਰੀ ਨਾਲ ਕੱਟ ਰਹੀ ਸੀ ਜਦੋਂ ਦਰਵਾਜ਼ੇ ਦੀ ਘੰਟੀ ਵੱਜੀ। ਉਹ ਬੇਲੀ, ਮਿਹਰਬਾਨੀ ਕਰਕੇ ਕਿਸੇ ਨੂੰ ਅੰਦਰ ਨਾ ਲਿਆਉਣਾ, ਨਾ ਕੋਈ ਦੋਸਤ ਸ਼ੋਸਤ, ਬਸ ਦਰਵਾਜ਼ੇ ਉਤੋਂ ਹੀ ਵਿਦਾ ਕਰ ਦੇਣਾ। ਆਖ ਦੇਣਾ ਕਿ ਅੱਜ ਸਾਡੀ ਫੈਮਿਲੀ ਦਾ ਦਿਨ ਹੈ, ਇਹ ਸਾਡਾ ਦਿਨ ਹੈ। ਮੈਂ ਬਾਹਰ ਗਿਆ ਤਾਂ ਬੂਹਾ ਖੋਲ੍ਹਿਆ। ਮੇਰਾ ਜਿਗਰੀ ਦੋਸਤ ਖੜਾ ਸੀ ਜੋ ਲੁਧਿਆਣੇ ਤੋਂ ਖਾਸ ਮੈਨੂੰ ਮਿਲਣ ਆਇਆ ਸੀ। ਉਹਦੇ ਹੱਥ ਵਿੱਚ ਨਿੱਕਾ ਜਿਹਾ ਬੈਗ ਸੀ। ਮੈਂ ਉਸ ਨੂੰ ਸੀਨੇ ਨਾਲ ਲਾ ਕੇ ਉਸ ਦਾ ਸਵਾਗਤ ਕੀਤਾ। ਬਾਹਰ ਠੰਡ ਸੀ, ਨਿੱਕੀ ਬਰਖਾ ਹੋ ਰਹੀ ਸੀ। ਮੇਰਾ ਮਿੱਤਰ ਇਉਂ ਲੱਗਿਆ ਜਿਵੇਂ ਕੋਈ ਦਰਵੇਸ਼ ਕ੍ਰਿਸਮਸ ਦੀ ਸ਼ਾਮ ਆਇਆ ਹੋਵੇ, ਮੇਰੀ ਪ੍ਰੀਖਿਆ ਲੈਣ ਲਈ ਕਿ ਮੇਰਾ ਦਰ ਖੁੱਲ੍ਹਾ ਹੈ ਕਿ ਬੰਦ। ਮੈਂ 1 ਮਿੰਟ ਲਈ ਫੈਸਲਾ ਨਾ ਕਰ ਸਕਿਆ। ਦੁਜਿੱਤੀ ਵਿੱਚ ਘਿਰਿਆ ਆਖਰ ਮੈਂ ਆਖਿਆ, ਮੇਰਾ ਭਰਾ ਪਿੰਡੋਂ ਆਇਆ ਹੋਇਆ ਹੈ, ਕੋਈ ਗਹਿਰਾ ਘਰ ਦਾ ਮਾਮਲਾ ਹੈ, ਪ੍ਰਾਈਵੇਟ ਗੱਲ, ਆਪਾਂ ਕੱਲ੍ਹ ਨੂੰ ਮਿਲਾਂਗੇ। ਉਹ ਮੁਸਕਰਾਇਆ, ਠੀਕ, ਮੈਂ ਸਮਝਦਾ ਹਾਂ, ਮੈਂ ਐਵੇਂ ਹੀ ਬਗੈਰ ਦੱਸੇ ਆ ਗਿਆ, ਹੁਣ ਕੱਲ੍ਹ ਨੂੰ ਆਵਾਂਗਾ। ਮੈਂ ਵਾਪਸ ਬੈੱਡਰੂਮ ਵਿੱਚ ਆਇਆ ਜਿੱਥੇ ਭੁੰਨੀ ਹੋਈ ਬਤਖ ਤੇ ਭਾਂਫਾਂ ਛੱਡਦੀ ਖੁਸ਼ਬੂ ਆ ਰਹੀ ਸੀ ਤੇ ਗਰਮ ਚਾਕਲੇਟ ਦੀ। ਜੀਨੀ ਨੇ ਮੈਨੂੰ ਦੇਖਿਆ ਤੇ ਸੁੱਖ ਦਾ ਸਾਹ ਭਰਿਆ। ਅਸੀਂ ਡਿਨਰ ਖਾਣ ਬੈਠ ਗਏ। ਪਹਿਲਾਂ ਸੁਨਹਿਰੀ ਵਾਈਨ ਦੇ ਨਿੱਕੇ ਗਲਾਸ, ਫਿਰ ਗਰਮ ਸੂਪ, ਫਿਰ ਬਤਖ ਜਿਸ ਵਿੱਚ ਖੁੰਬਾਂ ਤੇ ਸੌਗੀ ਭਰੀ ਹੋਈ ਸੀ। ਮੰਨੂ ਤੇ ਜੰਨਤ ਦੋਵੇਂ ਖਾਮੋਸ਼ ਬੈਠੇ ਸਨ, ਬਲੂੰਗੜਿਆਂ ਵਾਂਗ, ਤੇ ਉਹਨਾਂ ਦੀ ਮਾਂ ਉਹਨਾਂ ਨੂੰ ਬਤਖ ਦੀਆਂ ਪਤਲੀਆਂ ਕਰਾਰੀਆਂ ਫਾਂਕਾਂ ਵਰਤਾ ਰਹੀ ਸੀ। ਇੱਕ ਸਵੇਰ ਮੈਂ ਚਾਹ ਪੀ ਰਿਹਾ ਸਾਂ ਕਿ ਇੱਕ ਦੋਸਤ ਅਚਾਨਕ ਮਿਲਣ ਆ ਗਿਆ। ਨੌਕਰ ਮੇਰੇ ਲਈ ਟੋਸਟ ਤੇ ਤਲਿਆ ਹੋਇਆ ਅੰਡਾ ਲੈ ਕੇ ਆਇਆ ਤੇ ਮੈਂ ਟੋਸਟ ਅੰਡਾ ਆਪਣੇ ਮਿੱਤਰ ਨੂੰ ਪੇਸ਼ ਕਰ ਦਿੱਤਾ।
ਤੇ ਨੌਕਰ ਨੂੰ ਇੱਕ ਹੋਰ ਟੋਸਟ ਅੰਡਾ ਲਿਆਉਣ ਲਈ ਆਖਿਆ। ਅਸੀਂ ਦੋਵੇਂ ਸ਼ਿਵ ਕੁਮਾਰ ਬਟਾਲਵੀ ਬਾਰੇ ਇੱਕ ਗੋਸ਼ਟੀ ਕਰਨ ਬਾਰੇ ਗੱਲ ਕਰ ਰਹੇ ਸਾਂ ਕਿ ਮੰਨੂ ਦੌੜਦਾ ਹੋਇਆ ਆਇਆ। ਪਾਪਾ, ਕੋਈ ਅੰਡਾ ਛੰਡਾ ਨਹੀਂ, ਮੰਮੀ ਆਖਦੀ ਹੈ ਇਹ ਘਰ ਹੈ ਕਿ ਹੋਟਲ। ਮੈਂ 12 ਦਰਜਨ ਆਂਡਿਆਂ ਦੀ ਇੱਕ ਟੋਕਰੀ ਲੈ ਕੇ ਆਇਆ ਸੀ ਜੋ ਮੇਰੇ ਇੱਕ ਦੋਸਤ ਨੇ ਆਪਣੇ ਪੋਲਟਰੀ ਫਾਰਮ ਵਿੱਚੋਂ ਮੈਨੂੰ ਖਾਸ ਤੋਹਫੇ ਦੇ ਤੌਰ ਤੇ ਦਿੱਤੇ ਸਨ। ਇਹ ਅੰਡੇ ਅਮਰੀਕਨ ਮੁਰਗੀਆਂ ਵਿੱਚੋਂ ਸਨ। ਮੈਂ ਕਿਚਨ ਵਿੱਚ ਗਿਆ ਤੇ ਜੀਨੀ ਨੂੰ ਪੁੱਛਿਆ ਕਿ ਇਹੋ ਜਿਹਾ ਸੁਨੇਹਾ ਮੰਨੂ ਦੇ ਹੱਥ ਭੇਜਣ ਦੀ ਕੀ ਲੋੜ ਸੀ। ਫਰਿੱਜ ਤਾਂ ਆਂਡਿਆਂ ਨਾਲ ਭਰਿਆ ਪਿਆ ਹੈ। ਉਹ ਬਿਫਰ ਕੇ ਬੋਲੀ, ਇਹ ਖਾਸ ਆਂਡੇ ਹਨ ਅਮਰੀਕਨ ਫੈਮਿਲੀ ਵਾਸਤੇ, ਇਹਨਾਂ ਪੰਜਾਬੀ ਬਘਿਆੜਾਂ ਲਈ ਨਹੀਂ। ਇਹ ਹਰ ਚੀਜ਼ ਛਕ ਜਾਂਦੇ ਹਨ। ਮੈਂ ਉਸ ਦਾ ਜਵਾਬ ਸੁਣ ਕੇ ਸਨਾਟੇ ਵਿੱਚ ਆ ਗਿਆ। ਮੈਂ ਕੋਈ ਬਹਿਸ ਜਾਂ ਝਗੜਾ ਨਹੀਂ ਸੀ ਕਰਨਾ ਚਾਹੁੰਦਾ, ਜਦੋਂ ਕਿ ਮੇਰਾ ਦੋਸਤ ਦੂਜੇ ਕਮਰੇ ਵਿੱਚ ਬੈਠਾ ਮੈਨੂੰ ਉਡੀਕ ਰਿਹਾ ਸੀ। ਮੈਂ ਸ਼ਾਂਤੀ ਨਾਲ ਚਾਹ ਪੀਤੀ ਤੇ ਦੋਸਤਾਂ ਨਾਲ ਗੱਲਾਂ ਕੀਤੀਆਂ। ਉਸੇ ਸ਼ਾਮ ਮੈਂ ਜੀਨੀ ਦੇ ਬੱਚਿਆਂ ਨੂੰ ਆਪਣੀ ਨਿੱਕੀ ਕਾਰ ਵਿੱਚ ਬਿਠਾ ਕੇ 15 ਸੈਕਟਰ ਦੀ ਮਾਰਕੀਟ ਵਿੱਚ ਸਬਜ਼ੀ ਖਰੀਦਣ ਗਿਆ। ਮੈਂ ਆਖਿਆ, ਕਹੇ ਤਾਂ ਮੈਂ ਜਾ ਕੇ ਸਾਹਮਣੀ ਦੁਕਾਨ ਤੋਂ ਆਪਣੇ ਵਾਸਤੇ ਇੱਕ ਦਰਜਨ ਆਂਡੇ ਲਿਆਵਾਂ। ਉਹ ਬੋਲੀ, ਜ਼ਰੂਰ। ਮੈਂ ਕਾਰ ਤੋਂ ਹੇਠਾਂ ਉਤਰਿਆ ਤੇ ਅੰਡੇ ਖਰੀਦ ਲਿਆਇਆ। 12 ਆਂਡਿਆਂ ਦਾ ਲਿਫਾਫਾ ਫਰਿੱਜ ਵਿੱਚ ਮੇਰੇ ਲਈ ਅਲੱਗਾ ਰੱਖ ਦਿੱਤਾ ਗਿਆ। ਮੈਂ ਦਰਅਸਲ ਇਹ ਆਂਡੇ ਇਸ ਲਈ ਖਰੀਦੇ ਸਨ ਕਿ ਉਸਨੂੰ ਕੁਝ ਸ਼ਰਮ ਆਵੇਗੀ ਤੇ ਉਸਨੂੰ ਪਤਾ ਲੱਗੇਗਾ ਕਿ ਉਹ ਕਿੰਨੀ ਖੁਦਗਰਜ਼ ਅਤੇ ਭੁੱਖੀ ਹੈ, ਤੇ ਇਸ ਵਾਸਤੇ ਵੀ ਉਸਨੂੰ ਆਪਣੀ ਕਮੀਨਗੀ ਉੱਤੇ ਪਛਤਾਵਾ ਆਵੇ ਕਿ ਉਸਨੂੰ ਮੰਨੂ ਹੱਥ ਇਹ ਘਟੀਆ ਸੁਨੇਹਾ ਭੇਜਣਾ ਨਹੀਂ ਸੀ ਚਾਹੀਦਾ, ਪਰ ਇਹਦੇ ਉਲਟ ਉਹ ਖੁਸ਼ ਜਾਪਦੀ ਸੀ। ਰਾਤ ਵੇਲੇ ਮੈਂ ਬਿਸਤਰੇ ਵਿੱਚ ਪਿਆ ਅੰਡਿਆਂ ਬਾਰੇ ਸੋਚ ਰਿਹਾ ਸਾਂ ਕਿ ਉਹ ਇਤਨੀ ਖੁਦਗਰਜ਼ ਸੀ, ਇਤਨੀ ਬੇਵਕੂਫ, ਇਤਨੀ ਘਟੀਆ, ਇਤਨੀ ਭੁੱਖੀ, ਜਾਂ ਇਹ ਇਸ ਗੱਲ ਦਾ ਪ੍ਰਗਟਾਵਾ ਸੀ ਕਿ ਉਹ ਮੈਨੂੰ ਦਿਲੋਂ ਨਫ਼ਰਤ ਕਰਦੀ ਸੀ, ਕੋਈ ਚੀਜ਼ ਸਾਂਝੀ ਨਹੀਂ ਸੀ ਕਰਨਾ ਚਾਹੁੰਦੀ। ਮੈਂ ਪਿਆ ਸੋਚਦਾ ਰਿਹਾ ਤੇ ਜ਼ਿੰਦਗੀ ਦੇ ਬੇਸ਼ੁਮਾਰ ਵਾਕਿਆਤ ਯਾਦ ਆਏ, ਜਿੱਥੇ ਖਾਣੇ ਦੇ ਮਾਮਲੇ ਵਿੱਚ ਕਈ ਪਾਰਟੀਆਂ ਉੱਤੇ ਮੈਨੂੰ ਸ਼ਰਮਿੰਦਗੀ ਉਠਾਉਣੀ ਪਈ। ਕਿਸ ਤਰ੍ਹਾਂ ਉਹ ਸਭ ਤੋਂ ਪਹਿਲਾਂ ਆਪਣੀ ਪਲੇਟ ਨੂੰ ਮੀਟ ਸਲਾਦ ਅਤੇ ਭੁੰਨੇ ਹੋਏ ਗੋਸ਼ਤ ਦੇ 94 ਟੁਕੜਿਆਂ ਨਾਲ ਭਰ ਲੈਂਦੀ ਤੇ ਖਾਣ ਵਿੱਚ ਮਗਨ ਹੋ ਜਾਂਦੀ। ਖਾਣੇ ਦੇ ਮਾਮਲੇ ਵਿੱਚ ਮੈਨੂੰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਸ਼ੁਰੂ ਤੋਂ ਹੀ ਉਸ ਅੰਦਰ ਇਹ ਕਮਜ਼ੋਰੀ ਸੀ। ਉਸ ਦੇ ਸੁਭਾਅ ਅੰਦਰ ਇੱਕ ਬੇਕਿਰਕ ਕਮੀਨਗੀ ਦੀ ਧਾਰਾ ਸੀ, ਜੋ ਹੁਣ ਵਕਤ ਪੈਣ ਤੇ ਵੱਡਾ ਪਾੜਾ ਬਣ ਗਈ ਸੀ। ਇੱਕ ਬਦਸੂਰਤ ਵੱਡਾ ਪਾੜਾ, ਜਿਸ ਵਿੱਚੋਂ ਉਸਦੇ ਮਨ ਦੀ ਖੁਸ਼ਕ ਤੇ ਖੁਦਗਰਜ਼ ਤਬੀਅਤ ਪ੍ਰਤੱਖ ਦਿਖਦੀ ਸੀ। ਅਸੀਂ ਕਈ ਵਾਰ ਪਾਰਟੀਆਂ, ਵਿਆਹ ਸ਼ਾਦੀਆਂ 'ਤੇ ਜਾਂਦੇ ਤਾਂ ਉਹ ਉਹਨਾਂ ਪੰਜਾਬੀਆਂ ਦਾ ਮਜ਼ਾਕ ਉਡਾਉਂਦੀ ਜੋ ਲੰਮੀ ਬਾਂਹ ਕਰਕੇ ਝੱਟ ਤੰਦੂਰੀ ਮੁਰਗੇ ਨੂੰ ਚੁੱਕ ਕੇ ਚੱਬਣ ਲੱਗ ਪੈਂਦੇ ਤੇ ਇੱਕ ਦੂਜੇ ਤੋਂ ਕਾਲੇ ਡੋਂਗੇ ਸਾਫ਼ ਕਰ ਦਿੰਦੇ। ਉਹ ਆਪਣੀ ਮਾਂ ਦੀਆਂ ਭੇਜੀਆਂ ਚਿੱਠੀਆਂ ਉੱਤੇ ਵੀ ਹੱਸਦੀ, ਜਿਨ੍ਹਾਂ ਵਿੱਚ ਬਹੁਤੀਆਂ ਖਬਰਾਂ ਖਾਣੇ ਦੀਆਂ ਹੁੰਦੀਆਂ। ਉਸ ਨੂੰ ਕਿਸੇ ਪਾਰਟੀ ਵਿੱਚ ਕੀ ਖਾਧਾ ਤੇ ਕਿੰਨਾ ਖਾਧਾ, ਉਹਨਾਂ ਵਿੱਚ ਸਾਮਨ ਮੱਛੀ, ਅਲਾਸਕਾ ਦੇ ਵੱਡੇ ਕੇਕੜੇ, ਖੁੰਬਾਂ ਤੇ ਚੀਨੀ ਖਾਣਿਆਂ ਦਾ ਜ਼ਿਕਰ ਹੁੰਦਾ। ਕਈ ਵਾਰ ਉਹ ਮੀਟ ਪਕਾਉਣ ਦੇ ਨੁਸਖੇ ਵੀ ਨਕਲ ਕਰ ਦਿੰਦੀ। ਹੁਣ ਜਿੰਨੀ ਦੀ ਆਪਣੀ ਸ਼ਖਸੀਅਤ ਹੌਲੀ-ਹੌਲੀ ਮਾਂ ਦਾ ਰੂਪ ਧਾਰਨ ਕਰ ਰਹੀ ਸੀ ਤੇ ਉਹ ਖਾਣੇ ਦੀ ਭੁੱਖੀ ਔਰਤ ਬਣ ਗਈ ਸੀ। ਉਹ ਬਦਲ ਰਹੀ ਸੀ। ਉਸਦੇ ਨੈਣ ਨਕਸ਼ ਵੀ ਹੌਲੀ-ਹੌਲੀ ਆਪਣੀ ਮਾਂ ਵਰਗੇ ਹੋ ਗਏ ਸਨ ਤੇ ਇਹਨਾਂ ਵਿੱਚ ਉਸਦੀ ਮਾਂ ਦਾ ਝੋਲਾ ਪੈਂਦਾ ਸੀ। ਮੈਂ ਉਸਨੂੰ ਦੇਖਿਆ ਕਿ ਉਹ ਬੈੱਡ ਰੂਮ ਵਿੱਚ ਬੈਠੀ ਸ਼ਹਿਦ ਮੱਖੀ ਦੇ ਮੁਰੱਬੇ ਨਾਲ ਟੋਸਟ ਖਾ ਰਹੀ ਸੀ ਤੇ ਮੈਨੂੰ ਯਕਦਮ ਉਸਦੀ ਮਾਂ ਯਾਦ ਆਈ, ਜੋ ਪਿਛਲੇ ਸਾਲ ਸਾਨੂੰ ਮਿਲਣ ਆਈ ਤਾਂ ਜੇ ਇਸੇ ਤਰ੍ਹਾਂ ਬੈਠ ਕੇ ਬੜੀ ਅਹਿਤੀਅਤ ਤੇ ਤਸੱਲੀ ਨਾਲ ਬ੍ਰੇਕਫਾਸਟ ਖਾਂਦੀ। ਜੀਨੀ ਦੇ ਹਾਵ-ਭਾਵ, ਘਬਰਾਏ ਅੰਗ, ਸ਼ੱਕੀ ਨਜ਼ਰਾਂ ਤੇ ਉਬਾੜਾ ਵਤੀਰਾ ਆਪਣੀ ਮਾਂ ਵਰਗਾ ਹੋ ਗਿਆ ਸੀ। ਉਸਦੀ ਸੁਨਹਿਰੀ ਜਿਲਦ ਅਤੇ ਲਚਕਦਾਰ ਚਾਲ ਮੱਧਮ ਪੈ ਗਈ ਸੀ। ਉਸਦੇ ਸਰੀਰ ਵਿੱਚੋਂ ਜਜ਼ਬਿਆਂ ਦੇ ਰਸ ਸੁੱਕ ਰਹੇ ਸਨ। ਜੇ ਮੈਂ ਕਮਰੇ ਵਿੱਚ ਹੁੰਦਾ ਤਾਂ ਉਹ ਕੱਪੜੇ ਬਦਲਣ ਤੋਂ ਸੰਗਦੀ ਤੇ ਦੂਜੇ ਕਮਰੇ ਵਿੱਚ ਚਲੀ ਜਾਂਦੀ। ਘਰ ਵਿੱਚ ਅਜੀਬ ਬੇਪਰਵਾਹੀ ਤੇ ਬੇਲਗਾਓ ਦਾ ਵਾਯੂ ਮੰਡਲ ਸੀ। ਮੁੱਚੜੀਆਂ ਹੋਈਆਂ ਚਾਦਰਾਂ, ਸਬਜ਼ੀਆਂ ਦੇ ਧੱਬੇ ਵਾਲੇ ਮੇਜ਼-ਪੋਸ਼, ਨੰਗਾ ਠੰਡਾ ਫਰਸ਼, ਸਿਰਹਾਣੇ ਦੇ ਗਿਲਾਫ ਥਿੰਦੇ ਅਤੇ ਕਮੀਜ਼ਾਂ ਦੇ ਬਟਨ ਟੁੱਟੇ ਹੋਏ। ਖਿੜਕੀਆਂ ਦੇ ਫਰੋਜੀ ਤੇ ਬਸੰਤੀ ਪਰਦਿਆਂ ਵਿੱਚ ਮੈਲੇ ਡੱਬ ਪੈ ਗਏ ਸਨ। ਮੈਂ ਕਿਚਨ ਵਿੱਚ ਦਾਖਲ ਹੋਇਆ ਤਾਂ ਦੇਖਿਆ ਕਿ ਉਹ ਚਿਕਨ ਦੀ ਨਾਨ ਖਤਾਈ ਪਕਾ ਰਹੀ ਸੀ। ਇੱਕ ਪਾਸੇ ਹਾਂਡੀ ਵਿੱਚ ਸ਼ੋਰਬਾ ਉਬਲ ਰਿਹਾ ਸੀ, ਜਿਸ ਵਿੱਚ ਨਰਮ ਗੋਸ਼ਤ, ਚਾਂਪਾਂ ਤੇ ਭੂਖਾਂ ਵਾਲੇ ਪਿਆਜ਼ਾਂ ਦੇ ਭਬਕੇ ਆ ਰਹੇ ਸਨ। ਮੈਨੂੰ ਦੇਖ ਕੇ ਉਸਨੇ ਸ਼ੋਰਬੇ ਉੱਤੇ ਢੱਕਣ ਰੱਖ ਦਿੱਤਾ ਤੇ ਚਿਕਨ ਦੀ ਨਾਨ ਖਤਾਈ ਵੱਲ ਝੁਕੀ। ਉਸ ਦੀ ਪਲੇਟ ਵਿੱਚ ਇੱਕ ਲੰਮਾ ਵੱਡਾ ਕਲੱਬ ਸੈਂਡਵਿਚ ਪਿਆ ਸੀ, ਜਿਸ ਵਿੱਚ ਉਸਨੇ ਹੈਮ ਦੀਆਂ ਕਾਤਰਾਂ, ਪਿੰਗਲਿਆ ਹੋਇਆ ਪਨੀਰ, ਹਰੇ ਪੱਤੇ, ਅੱਧ ਭੁੰਨੇ ਟਮਾਟਰ, ਤਲੀਆਂ ਹੋਈਆਂ ਸਬਜ਼ੀਆਂ ਰੱਖੀਆਂ ਸਨ। ਮੈਂ ਉਸਨੂੰ ਮੋਢੇ ਤੋਂ ਛੂਹ ਕੇ ਆਖਿਆ, ਬੜੀ ਮਜ਼ੇਦਾਰ ਖੁਸ਼ਬੂ ਆ ਰਹੀ ਏ। ਮੈਂ ਇੱਕ ਸਾਜ਼ਿਸ਼ ਚੁੱਕ ਕੇ ਚੱਖੀ ਤੇ ਆਖਿਆ, ਕਮਾਲ ਹੈ। ਉਸਨੇ ਮੇਰੇ ਵੱਲ ਤਿੱਖੀਆਂ ਨਜ਼ਰਾਂ ਨਾਲ ਦੇਖਿਆ ਤੇ ਉਸਦੇ ਨਕਸ਼ ਬਦਲ ਗਏ। ਗੁੱਸੇ ਵਿੱਚ ਬੋਲੀ, ਹੁਣ ਮੇਰੀ ਸੈਂਡਵਿਚ ਨੂੰ ਹੱਥ ਨਾ ਲਾਵੀਂ। ਕਿਉਂ ਖਾਣੇ ਮੇਰੀਆਂ ਚੀਜ਼ਾਂ? ਤੂੰ ਆਪਣੀ ਦਾਲ ਤੇ ਚਪਾਤੀ ਖਾ। ਮੈਂ ਆਖਿਆ, ਸਿਰਫ ਚੱਕ ਕੇ ਦੇਖਦਾ ਹਾਂ, ਵਲੈਤੀ ਖਾਣੇ ਦੀ ਗੱਲ ਨਹੀਂ। ਘਰ ਵਿੱਚ ਇਹਨਾਂ
ਸਾਸਿਜ ਦਾ ਘਾਟਾ ਨਹੀਂ, ਬਸ ਜੀ ਕਰਦਾ ਸੀ ਚੀਜ਼ਾਂ ਨੂੰ ਮਿਲ ਕੇ ਤੇ ਵੰਡ ਕੇ ਖਾਣਾ ਚੰਗਾ ਹੁੰਦਾ ਹੈ। ਉਸ ਦੀਆਂ ਅੱਖਾਂ ਵਿੱਚ ਸ਼ੋਲਾ ਚਮਕਿਆ। ਵੰਡ ਕੇ ਖਾਣਾ? ਮੇਰੇ ਖਾਣੇ ਨੂੰ ਹੱਥ ਲਾਉਣ ਦੀ ਕੋਈ ਲੋੜ ਨਹੀਂ। ਹੁਣ ਕਿਤੇ ਸ਼ੋਰਬੇ ਨੂੰ ਨਾ ਚੱਖਣ ਲੱਗ ਪਵੀਂ ਖਬਰਦਾਰ। ਉਹ ਮੁੜੀ ਤੇ ਸਟੋਵ ਅੱਗੇ ਖੜੀ ਹੋ ਗਈ ਢਾਲ ਬਣ ਕੇ। ਉਸ ਦੇ ਸਾਰੇ ਵਰਤਾਓ ਵਿੱਚ ਹੱਥ ਨਾ ਲਾ ਦੀ ਵੰਗਾਰ ਸੀ। ਮੈਂ ਬਾਹਰ ਬਾਗ ਵਿੱਚ ਚਲਾ ਗਿਆ ਜਿੱਥੇ ਬੱਚੇ ਖੇਡਦੇ ਸਨ। ਜੀਨੀ ਨੇ ਬੈੱਡਰੂਮ ਨੂੰ ਯੋਗ ਅਤੇ ਆਸਣ ਦੇ ਪ੍ਰਾਣਾਯਾਮ ਸ਼ੁਰੂ ਕਰ ਦਿੱਤਾ ਸੀ। ਧੂਫ, ਸੁਗੰਧੀ ਪੁਸ਼ਪ, ਪੂਜਾ ਦਾ ਵਾਤਾਵਰਣ ਸੀ। ਕਾਲੇ ਸ਼ੈਲਫ ਦੇ ਉੱਤੇ ਜਿੱਥੇ ਇੱਕ ਪੇਂਟਿੰਗ ਟੰਗੀ ਹੋਈ ਸੀ, ਉੱਥੇ ਹੁਣ ਹਜ਼ਰਤ ਈਸਾ ਦੀ ਮੂਰਤ ਟੰਗ ਦਿੱਤੀ ਸੀ। ਇੱਕ ਦਿਨ ਮੈਂ ਜੀਨੀ ਦੇ ਗਲ ਵਿੱਚ ਸੋਨੇ ਦਾ ਕਰਾਸ ਲਟਕਦਾ ਦੇਖਿਆ। ਮੈਂ ਪੁੱਛਿਆ ਕਿ ਇਹ ਈਸਾਈ ਮਤ ਦਾ ਕਰਾਸ ਕਿੱਥੋਂ ਆ ਗਿਆ। ਉਹ ਬੋਲੀ, ਮੇਰਾ ਸੋਨੇ ਦਾ ਕੰਗਣ ਸੀ ਨਾ, ਮੈਂ ਇਸ ਨੂੰ ਢਲਾ ਕੇ ਇਹ ਕਰਾਸ ਬਣਵਾ ਲਿਆ। ਇਹ ਕੰਗਣ ਮੇਰੀ ਮਾਂ ਨੇ ਮਰਦੇ ਸਮੇਂ ਮੈਨੂੰ ਦਿੱਤਾ ਸੀ ਕਿ ਜਦੋਂ ਮੈਂ ਵਿਆਹ ਕਰਾਵਾਂ ਤਾਂ ਮੇਰੀ ਬੀਵੀ ਇਹ ਕੰਗਣ ਪਹਿਨੇ।